ओ मुआ ओ चढ़ पया वे तगा गया महला पहला। लख चोरियां लख जारियां लख कूड़ियां लख गाल लख ठगियां पैना मियां रात दिन ती नाल तक पाँव कत्तिया बामन बटे आए को बकरा रिन खाया सबको आख पाए होए प्राणा सुटिया पी फिर पाइया होर नानक तग ना टुटे जे तग होवे जोर महला पहला। नाई मनिए पति उपजै सालाही सच सूत दर गए अंदर पाइए तगना टूटस पूत महला पहला। तगना इंद्र तगना नारे पलके तुक पवै नृत दाड़ी तगना पैरी तगना ती तगना जेवा तगना कीबे तगा पे बते वर तगे और कते ले पहाड़ करे वे कट कागल दसेरा सुन वेखो लोकाए विडान मन अंधा नौ सुजान पौड़ी साहिब हो दयाल कृपा करे तसाई कार कराए से सो सेवा करे जिसनो हुक्म मनासी हुक्म न हुए परवा ता खस्म कामल पासी खस्म पावे सो करे मनो चिंदया सो पल पाए सी ता दरगाह पैदा जाए सी पैदा जाए सी। पौड़ी सब दयाल कृपा करे ता साई कार कराए सी सो सेवक सेवा करे जिस हुक्म मनाए सी हुक्म मन्या होवे प्रवान ता खसमै का महल पाए सी खसमै भावै सो करे मनु चंदिया सो फल पाए सी ता दरगाह पैंदा जाए सी ता दरगाह पैंदा जाए सी। कोई गावे रागी ना दिवे दिबाहो पात कर नहीं हर हर जय राम राज जिना अंतर कपट विकार है तिना रोए क्या की जय हर करता सब किछ जानदा सिर रोग हथ दीजै जिना नानक गुरमुख हिरदा शुद्ध है हर भगत हार लीजै हर लीजै। सलोक महला पहला। गौ ब्राह्मण कौ कर लाभ हो गोबर तर न जाई धोती टिका तैज माली तहन मिले शाखाई अंतर पूजा पढ़ते बा संजम तुरका भाई छोड़िले पाखंडा नाम लय जय तरंदा महला पहला। मानस खाने करे निवाज छुरी व गायन तिन गलताग तिन घर ब्राह्मण पूरे नाज उना पी आवे ओई साध कुड़ी रास कूड़ा व्यापार कूड़ बोल करे आहार शर्म धर्म का डेरा दूर नानक कूड़ रया भरपूर। मथे टिका तेड़ धोती कखाई हथ छुरी जगत कसाई नील वास्त्र पहरवे प्रमाण मलेश तहाँ ले पूजै प्राण या पाख्या का कुठा बकरा खाना चौके ऊपर किसे न जाना
ਦੇ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆ ਮਤ ਪਿੱਟੈ ਵੇ ਮਤ ਪਿੱਟੈ ਇਹ ਅਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੂਠੈ ਚੁਲੀ ਪਹਿਰੇ ਕਹੋ ਨਾਨਕ ਸੱਚ ਧਿਆਈਐ ਸੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਕੰਧ ਲਾਇਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾ ਕਰਾਇਂਦਾ ਦਰ ਮੰਗਣੋ ਪਿਕ ਨ ਪਾਇਂਦਾ ਪਿਕ ਨ ਪਾਇਂਦਾ ਪੌੜੀ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈ ਆਪੇ ਕਰਮ ਕਰਾਇਂਦਾ ਵੱਡ ਹੋ ਵੱਡਾ ਵਡ ਮੇਦਨੀ ਸਿਰ ਸਿਰ ਧੰਦਾ ਲਾਇਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਇਂਦਾ ਦਰ ਮੰਗਨ ਪਿਕ ਨ ਪਾਇਂਦਾ ਦਰ ਮੰਗਨ ਪਿਕ ਨ ਪਾਇਂਦਾ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਰਾਮ ਰਾਜ ਹਰਨਾ ਖਸ ਦੁਸ਼ਟ ਹਰ ਮਾਰਿਆ ਪ੍ਰਰਾਤ ਰਾਇਆ ਅੰਕਾਰਿ ਅਨੰਦ ਕਾ ਪਿਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਜਨ ਨਾਨਕ ਐਸਾ ਹਰ ਸੇਵਿਆ ਸਲੋਕ ਮਹਲਾ ਪਹਿਲਾ ਆਪੇ ਭਾਂਡੇ ਸਾਜਨ ਆਪੇ ਪੂਰਨ ਦੇ ਇਕ ਨੇ ਦੁੱਧ ਸਮਾਈਐ ਇਕ ਚੁੱਲ੍ਹੇ ਰਹਿਣ ਚੜੇ ਇਕ ਨੇ ਹਾਲੀ ਪੈ ਸਵਨ ਕੁਪਾ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ ਆਪੇ ਸਾਜੇ ਕਰਿਆ ਜਾਈ ਭੇ ਰੱਖਿਆ ਤਿਸ ਵਜਨ ਤੋਂ ਪਾਇ ਕੈ ਦੇਖਾ ਤਾਪ ਉਤਾਪ ਕਿਸਨੋ ਕਿਸਨੋ ਕਹੀਐ ਨਾਨਕਾ ਸਭ ਕਿਛ ਆਪੇ ਆਪ ਪੌੜੇ ਵਡਕੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀ ਦੇ ਜੀਆਂ ਰਿਜ਼ਕ ਸੰਭਾਏ ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਹਿ ਰਜਾਏ ਸ਼ੁੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਪੌੜੀ ਵੱਡਕੀਆਂ ਵਡਿਆਈਆਂ ਕਿਛ ਕਹਿਣਾ ਜਾਏ ਸੋ ਕਰਤਾ ਕਾਦਰ ਕਰੀ ਦੇ ਜੀਆਂ ਰਿਜਕ ਸੰਭਾਹੇ ਸਾਈ ਕਾਰ ਕਮਾਵਨੀ ਤੁਰ ਛੋਡੀ ਤਿਨੈ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀ ਜਾ ਸੋ ਕਰੇ ਜਿਤ ਸਹਿ ਰਜ਼ਾਏ ਸੋ ਕਰੇ ਜਿਤ ਸਹਿ ਰਜ਼ਾਏ ਸੁਧ ਸਲੋਕ ਪਵਨ ਗੁਰੂ ਪਾਣੀ ਪਿਤਾ
ਮਾਤਾ ਧਰਤ ਮਤ ਦਿਵਸ ਰਾਤ, ਦੋਇ ਦਾਈ ਦਾ ਅਖਿਲ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪਹਿਲਾ। ਨਦਰ ਕਰੇ ਤਾ ਸਿਮਰਿਆ ਜਾਏ, ਆਤਮਾ ਦਰਵੈ ਰਹਿ ਲਿਵ ਲਾਏ। ਆਤਮਾ ਪਰ ਆਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਗੁਰ ਪ੍ਰਸਾਦੀ ਪਾਇਆ ਜਾਏ, ਹਰਿ ਸਿਉ ਚਿਤ ਲਾਗੈ, ਫਿਰ ਕਾਲ ਨਾ ਖਾਏ ਰਹਾਉ। ਸੱਚ ਸਿਮਰਿਆ ਹੋਵੈ ਪ੍ਰਗਾਸ, ਤਾਂ ਤੇ ਵਿਖਿਆ ਮੈਂ ਰਹਿ ਉਦਾਸ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲਤਰ ਵਿੱਚੇ ਗਤ ਪਾਈ। ਐਸੀ ਸੇਵਕ ਸੇਵਾ ਕਰੈ, ਜਿਸ ਕਾ ਜੀਉ ਤਿਸ ਆਗੇ ਧਰੈ। ਸਾਹਿਬ ਭਾਵੈ ਸੋ ਪ੍ਰਵਾਣ, ਸੋ ਸੇਵਕ ਦਰਗਹਿ ਪਾਵੈ ਮਾਣ। ਸਤਿਗੁਰ ਕੀ ਮੂਰਤ ਹਿਰਦੈ ਵਸਾਹੇ, ਜੋ ਇੱਛੈ ਸੋਈ ਫਲ ਪਾਏ। ਸਾਚਾ ਸਾਹਿਬ ਕਿਰਪਾ ਕਰੈ, ਸੋ ਸੇਵਕ ਜਮ ਤੇ ਕੈਸਾ ਡਰੈ। ਪੰਡਤ ਨਾਨਕ ਕਰੇ ਵਿਚਾਰ, ਸਾਚੀ ਬਾਣੀ ਸਿਉ ਧਰੇ ਪਿਆਰ। ਤਾਂ ਕੋ ਪਾਵੈ ਮੁਖ ਦੁਆਰ, ਜਪ ਤਪ ਸਭ ਇਹ ਸ਼ਬਦ ਹੈ ਸਾਰ। ਤਾ ਕੋ ਪਾਵੈ ਮੁਖ ਦੁਆਰ, ਜਪ ਤਪ ਸਭ ਇਹ ਸ਼ਬਦ ਹੈ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਹੋਈ ਹੈ, ਜੋ ਕਿ ਆਪਾਂ ਸਾਰੇ ਜਾਣੇ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਬੈਠੇ ਹਾਂ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਤੇ ਚੱਲ ਰਹੀ ਲੜੀਵਾਰ ਕਰਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਧਨਾਸਰੀ ਰਾਗ ਦੇ ਵਿੱਚ ਹੈ। ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। 661 ਅੰਕ 'ਤੇ ਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ। ਨਦਰ ਕਰੇ ਤਾਂ ਸਿਮਰਿਆ ਜਾਏ। ਜਦੋਂ ਉਹਦੀ ਮਿਹਰ ਦੀ ਨਿਗਾਹ ਹੁੰਦੀ ਹੈ, ਫਿਰ ਬਾਣੀ ਪੜ੍ਹ ਹੁੰਦੀ ਹੈ, ਗੁਰਮੰਤਰ ਦਾ ਜਾਪ ਹੁੰਦਾ, ਸੋ ਕਥਾ ਕੀਰਤਨ ਦੇ ਵਿੱਚ ਚਿੱਤ ਜੁੜਦਾ, ਮਨ ਕਰਦਾ ਬਾਣੀ ਪੜ੍ਹਨ ਨੂੰ, ਸੋਝੀ ਆ ਜਾਂਦੀ ਹੈ ਵੀ ਹਾਂ ਵੀ ਬਾਣੀ ਪੜ੍ਹਨੀ ਚਾਹੀਦੀ ਹੈ। ਪਰ ਜਦੋਂ ਉਹਦੀ ਮਿਹਰ ਦੀ ਨਿਗਾਹ ਹੁੰਦੀ ਹੈ, ਆਤਮਾ ਦਰਵੈ ਰਹਿ ਲਿਵ ਲਾਏ। ਹੁਣ ਬਾਣੀ ਪੜ੍ਹਦਿਆਂ ਪੜ੍ਹਦਿਆਂ ਆਤਮਾ ਦਾ ਦਰਵਣਾ ਜ਼ਰੂਰੀ ਹੈ, ਪਿਘਲ ਜਾਣਾ। ਜਿੰਨਾ ਚਿਰ ਇਹ ਅੰਦਰੋਂ ਨਹੀਂ ਪਿਘਲਦਾ, ਲਿਵ ਨਹੀਂ ਲੱਗ ਸਕਦੀ ਹੈ, ਸੁਰਤੀ ਨਹੀਂ ਜੁੜ ਸਕਦੀ ਹੈ। ਸੋ ਭਾਵ ਜਿਹੜੀ ਅੰਦਰਲੀ ਕਠੋਰਤਾ, ਉਸ ਦਾ ਇਸ ਨੂੰ ਤਿਆਗ ਕਰਨਾ ਪਵੇਗਾ। ਹਰ ਇੱਕ ਨੂੰ ਪਤਾ ਹੁੰਦਾ ਹੈ, ਮਹਾਰਾਜ ਜੀ ਕਹਿੰਦੇ ਮਨ ਜਾਣਤ ਸਭ ਬਾਤ,
ਹਰ ਇੱਕ ਨੂੰ ਆਪੋ ਆਪਣੀ ਗੱਲ ਦਾ ਪਤਾ, ਆਪਣੇ ਸੁਭਾਅ ਦਾ ਪਤਾ, ਚੰਗੇ ਦਾ ਪਤਾ, ਮਾੜੇ ਦਾ ਪਤਾ। ਹੁਣ ਜਿੱਥੇ ਕਠੋਰਤਾ ਹੈ ਨਾ ਅੰਦਰ, ਸੋ ਉਹਨੂੰ ਤਿਆਗ ਕਰੇ। ਕਠੋਰਤਾ ਨਹੀਂ ਤਿਆਗ ਹੁੰਦੀ, ਮਹਾਰਾਜ ਨੂੰ ਬੇਨਤੀ ਕਰੇ। ਸੱਚੇ ਪਾਤਸ਼ਾਹ ਬਾਣੀ ਤਾਂ ਪੜ੍ਹਦਾ ਵੀ ਕਠੋਰਤਾ ਨਹੀਂ ਜਾਂਦੀ। ਜਿੰਨਾ ਚਿਰ ਕਠੋਰਤਾ ਨਹੀਂ ਜਾਣੀ ਉਹਨਾਂ ਚਿਰ ਇਹ ਆਤਮਾ ਨਹੀਂ ਦਰਵੇਗੀ, ਲਿਵ ਨਹੀਂ ਜੁੜੇਗੀ। ਦਇਆ ਹੋਣੀ ਚਾਹੀਦੀ ਹੈ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਜੀ ਨੂੰ ਜੀ ਤੇ ਦਇਆ ਨਾ ਆਈ ਤੇ ਦਾਨ ਪੁੰਨ ਕੀਤੇ ਦਾ ਕੀ ਫਾਇਦਾ। ਜੀ ਨੂੰ ਜੀ ਤੇ ਦਇਆ ਹੋਣੀ ਚਾਹੀਦੀ ਹੈ। ਸੋ ਇਹ ਨਹੀਂ ਇਕੱਲਾ ਮਨੁੱਖ ਨੂੰ ਮਨੁੱਖ ਤੇ ਦਇਆ ਵੀ ਨਹੀਂ, ਜੀ ਨੂੰ ਜੀ ਤੇ। ਸੋ ਜੋ ਵੀ ਉਸਨੇ ਜੀਆ ਜੰਤ ਬਣਾਏ ਨੇ ਸਭਨਾਂ 'ਤੇ ਸੋ ਇਹ ਦਇਆ ਧਾਰਨ ਕਰੇ। ਫਿਰ ਕਿਤੇ ਜਾ ਕੇ ਆਤਮਾ ਦਰਬਦੀ ਹੈ। ਆਪਣਿਆਂ ਦੇ ਸਾਰੇ ਕਰਦੇ ਨੇ, ਜਿਹਨਾਂ ਨਾਲ ਮੇਲ ਮਿਲਾਪ ਪਿਆ ਉਹ ਵੀ ਦਇਆ ਕਾਹਦੀ ਹੁੰਦੀ, ਵਿਹਾਰ ਆ। ਇਹਨੇ ਮੇਰਾ ਟਾਈਮ ਸਾਰਿਆ ਸੀ, ਮੈਂ ਇਹਦਾ ਟਾਈਮ ਸਾਰ ਦਵਾਂ, ਦਇਆ ਥੋੜ੍ਹੀ ਹੁੰਦੀ, ਵਿਹਾਰ ਥੋੜ੍ਹੀ ਦਇਆ ਹੁੰਦੀ ਹੈ। ਸੋ ਦਇਆ ਜਦੋਂ ਦੇਖਿਆ ਵੀ ਹਾਂ ਵੀ ਇਹ ਲੋੜਵੰਦ ਹੈ, ਦੁਖੀ ਹੈ, ਅਤੇ ਉਸ ਵੇਲੇ ਆਪਣੀ ਲੋੜ ਨੂੰ ਵੀ ਪਿੱਛੇ ਰੱਖਦਾ, ਆਪਣੀ ਭੁੱਖ ਨੂੰ ਪਿੱਛੇ ਰੱਖਦਾ, ਯਕਦਮ ਉਹਦੀ ਮਦਦ ਕਰਦਾ ਹੈ। ਸੋ ਇਹ ਹੈ ਜੀ ਦੀ ਦਇਆ ਜਿਹੜੀ ਹੈ। ਸੋ ਜੇ ਅੰਦਰ ਕਠੋਰਤਾ ਹੋਵੇਗੀ ਇਹ ਨਹੀਂ ਕਰ ਸਕਦਾ। ਫਿਰ ਜਿਨ੍ਹਾਂ ਦੇ ਅੰਦਰ ਇਹ ਦਇਆ ਹੁੰਦੀ ਉਹਨਾਂ ਦੀ ਲਿਵ ਲੱਗਦੀ ਹੈ। ਪਾਤਸ਼ਾਹ ਕਹਿੰਦੇ ਸੋ ਰਹਿ ਲਿਵ ਲਾਏ, ਫੇਰ ਹੀ ਲਿਵ ਲੱਗਣੀ ਜੇ ਆਤਮਾ ਦਰਵੇਗੀ। ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਦੁਬਿਧਾ ਵਿੱਚ ਸਾਰੇ ਹੀ ਨੇ। ਇਹਨੂੰ ਦੁਬਿਧਾ ਬਹੁਤੇ ਕਰ ਗਾਲੇ, ਹਰ ਕੋਈ ਦੁਬਿਧਾ ਦੇ ਵਿੱਚ ਹੈ। ਸ਼ੱਕ, ਜਿਹੜਾ ਸ਼ੱਕ ਹੈ, ਦੁਚਿੱਤਾਪਨ, ਕਰਾਂ ਜਾਂ ਨਾ ਕਰਾਂ, ਇਹ ਚੰਗਾ ਹੈ ਜਾਂ ਮਾੜਾ ਹੈ, ਇਹ ਮੇਰੇ ਵਾਸਤੇ ਕੀ ਸੋਚਦਾ, ਚੰਗਾ ਸੋਚਦਾ, ਮਾੜਾ ਸੋਚਦਾ, ਸਾਰੀ ਦੁਬਿਧਾ ਹੀ ਹੈ, ਸਾਰੀ ਦੁਬਿਧਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹੜੀ ਅੰਦਰ ਦੁਬਿਧਾ ਹੁੰਦੀ ਨੇ ਅੰਦਰ ਮਾਰਨ ਦੀ ਕੋਸ਼ਿਸ਼ ਕਰੋ। ਅੰਦਰ ਦੀ ਦੁਬਿਧਾ ਕਦੀ ਬਾਹਰ ਨਹੀਂ ਕੱਢੀ ਦੀ। ਠੀਕ ਹੈ, ਚੱਲ ਤੇਰੇ ਅੰਦਰ ਦੁਬਿਧਾ ਹੈ ਭਾਈ, ਅੰਦਰ ਉਹਨੂੰ ਮਾਰਨ ਦੀ ਕੋਸ਼ਿਸ਼ ਕਰਨਾ, ਬਾਹਰ ਕੱਢੂਗਾ ਇਹਨੇ ਖਲਾਰਾ ਹੀ ਪਾਉਣਾ। ਹੁਣ ਜਿਹੜੀ ਜੇ ਭਾਈ ਕੋਈ ਵਸਤੂ, ਕੋਈ ਮਾੜੀ ਵਸਤੂ ਭਾਂਡੇ 'ਚ ਪਾ ਕੇ ਰੱਖੀ ਹੋਈ ਹੈ, ਉਹ ਭਾਂਡਾ ਜਿੱਥੇ ਮਰਜ਼ੀ ਰੱਖ ਦਿਓ, ਕੋਈ ਖਲਾਰਾ ਨਹੀਂ ਪਵੇਗਾ। ਅਤੇ ਜੇ ਹੁਣ ਉਹ ਮਾੜੀ ਵਸਤੂ ਦਾ ਢੱਕਣ ਖੋਲ੍ਹਤਾ, ਬਸ ਉਹਨੇ ਸਾਰੇ ਪਾਸੇ ਫੈਲ ਜਾਣਾ, ਗੰਦਗੀ ਫੈਲਾਉਣੀ ਉਹਨੇ ਸਾਰੇ ਪਾਸੇ। ਸੋ ਇਹ ਅੰਦਰ ਦੀ ਦੁਬਿਧਾ, ਮੈਨੂੰ ਪਤਾ ਵੀ ਮੇਰੇ ਅੰਦਰ ਦੁਬਿਧਾ ਕਿ ਅਸੀਂ ਇੱਕ ਯਕਦਮ ਸ਼ੇਅਰ ਕਰਦੇ ਹਾਂ। ਅੰਦਰ ਦੀ ਦੁਬਿਧਾ ਵਿੱਚ ਕੀ ਹੁੰਦਾ, ਕਿਸੇ ਦੀ ਨਿੰਦਿਆ ਅਤੇ ਕਿਸੇ ਦੀ ਚੁਗਲੀ ਹੁੰਦੀ ਹੈ। ਅੰਦਰ ਦੀ ਦੁਬਿਧਾ 'ਚ ਇਹ ਕੁਝ ਹੁੰਦਾ ਹੈ। ਬਸ ਜਦੋਂ ਇਹਨੇ ਢੱਕਣ ਖੋਲ੍ਹਿਆ ਉਦੋਂ ਫੈਲ ਗਈ ਸਾਰੇ ਪਾਸੇ। ਅੰਦਰ ਦੀ ਦੁਬਿਧਾ ਨੂੰ ਅੰਦਰ ਮਾਰੋ, ਫਿਰ ਗੱਲ ਬਣਦੀ ਹੈ। ਉਹ ਮਾਰਨ ਦਾ ਤਰੀਕਾ ਮਹਾਰਾਜ ਨੇ ਦੱਸ ਦਿੱਤਾ। ਤਰੀਕਾ ਦੱਸਿਆ, ਕਹਿੰਦੇ ਆਤਮਾ ਪਰਾਤਮਾ ਏਕੋ ਕਰੈ, ਇਹ ਜੁਗਤੀ ਹੈ। ਇੱਥੇ ਸ਼ਬਦ ਪਰਾਤਮਾ ਆਇਆ, ਪਰਮਾਤਮਾ ਨਹੀਂ ਹੈ ਇਸ ਦਾ ਅਰਥ। ਆਮ ਸਭਨਾਂ ਨੇ ਪਰਮਾਤਮਾ ਹੀ ਮੰਨਿਆ ਹੈ। ਸੋ ਇਹ ਪਰ ਆਤਮਾ, ਇਹ ਸ਼ਬਦ ਹੈ ਪੱਪਾ ਰਾਰਾ, ਰਾਰੇ ਨੂੰ ਕੰਨਾ, ਫਿਰ ਤੱਤਾ ਮੰਮੇ ਨੂੰ ਕੰਨਾ, ਇਹਨੂੰ ਪਰ ਆਤਮਾ ਪੜ੍ਹਿਆ ਜਾਵੇਗਾ। ਸੋ ਪਰ ਆਤਮਾ ਦਾ ਅਰਥ ਹੁੰਦਾ ਦੂਸਰੇ ਦੀ ਆਤਮਾ, ਦੂਜੇ ਦੀ ਆਤਮਾ। ਆਤਮਾ ਮੇਰੀ ਆਤਮਾ ਹੋ ਗਈ, ਪਰ ਆਤਮਾ, ਪਰ 'ਤੇ ਥੋੜ੍ਹਾ ਜਿਹਾ ਵਿਸ਼ਰਾਮ ਦੇ ਦਿਓ, ਦੂਸਰੇ ਦੀ ਆਤਮਾ। ਇਹਨਾਂ ਨੂੰ ਇੱਕੋ ਹੀ ਸਮਝ ਲਾ, ਫਿਰ ਦੁਬਿਧਾ ਮਰ ਜਾਣੀ। ਕਹਿੰਦੇ ਸੌਖਾ ਤਰੀਕਾ ਮਹਾਰਾਜ ਨੇ ਦੱਸਿਆ। ਜੁਗਤੀਆਂ ਮਹਾਰਾਜ ਨੇ ਬੜੀਆਂ ਦੱਸੀਆਂ ਹੋਈਆਂ, ਸਾਨੂੰ ਸਮਝਾਉਣ ਵਾਸਤੇ ਪਤਾ ਨਹੀਂ ਕਿੰਨੀਆਂ ਕੁ ਵਿਧੀਆਂ ਨੇ। ਅਨੇਕ ਵਿਧੀ ਸਮਝਾਵੇ, ਕੋਈ ਇੱਕ ਵਿਧੀ ਵੀ ਅਸੀਂ ਆਪਣੇ 'ਤੇ ਲਾਗੂ ਕਰ ਲਈ ਅਤੇ ਉਹਦੇ ਨਾਲ ਹੀ ਜੀਵਨ ਜਿਹੜਾ ਆ ਉਹ ਨਿਰਵਾਣ ਪਦ 'ਤੇ ਪਹੁੰਚ ਜਾਂਦਾ, ਜੀਵਨ ਪਦ ਵੀ ਮਿਲ ਜਾਂਦੀ ਹੈ, ਜ਼ਿੰਦਗੀ ਮਿਲ ਜਾਂਦੀ ਹੈ। ਸੋ ਪਰ ਅਸੀਂ ਪੜ੍ਹਦੇ ਹਾਂ, ਸੁਣਦੇ ਵੀ ਹਾਂ, ਅਤੇ ਪਰ ਇਹਨੂੰ ਨਾ ਚੱਬਦੇ ਹੈ ਨਾ ਚੱਲਣ ਦੀ ਕੋਸ਼ਿਸ਼ ਕਰਦੇ। ਚੱਲਣ ਰਤਨ ਸਹਿ, ਜਿੰਨਾ ਚਿਰ ਬਾਣੀ ਨੂੰ ਚੱਬਦੇ ਨਹੀਂ ਅਤੇ ਚੱਲਦੇ ਨਹੀਂ, ਕਦੀ ਵੀ ਰੱਤੇ ਨਹੀਂ ਜਾ ਸਕਦੇ। ਉਹ ਰਤਨ ਬਣਦੇ ਨੇ ਜਿਹੜੇ ਚੱਬਦੇ ਨੇ, ਚੱਲਦੇ ਨੇ। ਚੱਬਾਂਗੇ ਤਾਂ ਚੱਲਾਂਗੇ। ਸੁਭਾਵ ਬਾਣੀ ਦੀ ਵਿਚਾਰ ਨੂੰ ਚੱਬਣਾ ਕਿਹਾ, ਬਾਣੀ ਦੀ ਵਿਚਾਰ ਇਹਨੂੰ ਚੱਬਣਾ, ਚੱਲਣਾ, ਚੱਬਾਂਗੇ ਚੱਲਾਂਗੇ।
ਫਿਰ ਕਹਿੰਦੇ ਇਹ ਰਤਿਆ ਜਾਂਦਾ, ਰਤਨ ਸੇ ਰਤਨ ਬਣ ਜਾਂਦਾ। ਰਤਿਆ ਗਿਆ, ਰਤਨ ਕਹਿੰਦੇ ਜਿਹੜਾ ਰਤਿਆ ਗਿਆ। ਰਤਿਆ ਹੁੰਦਾ ਜਿਹੜਾ ਜਿਹਦੇ 'ਚੋਂ ਫਿਰ ਸੱਚ ਹੀ ਨੁੱਚੜਦਾ। ਆਪ ਐਨ ਰੰਗਿਆ ਹੋਇਆ, ਹੁਣ ਨੁੱਚੜਦਾ ਵੀ ਸੱਚ ਹੀ ਹੈ। ਉਹਦਾ ਨਾਮ ਹੀ ਨੁੱਚੜਦਾ, ਬਾਣੀ ਹੀ ਨੁੱਚੜਦੀ ਪਈ ਹੈ, ਬਾਣੀ ਹੀ ਬੋਲਦਾ ਪਿਆ ਹੈ, ਉਹਦੀ ਕੋਈ ਕੀਮਤ ਨਹੀਂ ਫਿਰ ਰਹਿ ਜਾਂਦੀ। ਪਰ ਇਹ ਦੁਬਿਧਾ ਜਿਹੜੀ ਹੈ ਸੋ ਇਸ ਨੂੰ ਮਾਰਨਾ ਪਵੇਗਾ। ਉਹਦੀ ਜੁਗਤੀ ਮਹਾਰਾਜ ਨੇ ਦੱਸ ਦਿੱਤੀ ਹੈ। ਗੁਰ ਪ੍ਰਸਾਦੀ ਪਾਇਆ ਜਾਏ, ਹਰ ਸਿਉ ਚਿਤ ਲਾਗੈ, ਫਿਰ ਕਾਲ ਨਾ ਖਾਏ। ਇੱਕ ਅਵਸਥਾ ਹੈ ਕਿਹੜੀ? ਵੀ ਆਪਣੀ ਆਤਮਾ ਅਤੇ ਦੂਸਰੇ ਦੀ ਆਤਮਾ ਨੂੰ ਇੱਕ ਸਮਝਣਾ। ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਬਾਣੀ ਪੜ੍ਹਨੀ ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦੀ ਪਾਇਆ ਜਾਏ। ਸੋ ਉਂਝ ਤਾਂ ਬੰਦੇ ਨੂੰ ਕਰਮਾਂ ਦੇ ਅਨੁਸਾਰ ਸਭ ਕੁਝ ਮਿਲਦਾ, ਜੋ ਕੁਝ ਲਿਖਿਆ ਹੋਇਆ ਉਹਨੂੰ ਮਿਲ ਰਿਹਾ ਹੈ। ਪਰ ਜਦੋਂ ਇਹਨੂੰ ਕੋਈ ਜਾਣਕਾਰੀ ਪ੍ਰਾਪਤ ਹੁੰਦੀ ਨਾ, ਇੱਦਾਂ ਕਰਮਾਂ ਦੇ ਚਲਦਿਆਂ ਸੱਚ ਕੀ ਹੈ, ਝੂਠ ਕੀ ਹੈ, ਪਰਮਾਤਮਾ ਬਾਰੇ ਸੋਝੀ ਮਿਲਦੀ ਹੈ, ਸੋ ਲੇਖਿਆਂ ਬਾਰੇ ਜਾਣਕਾਰੀ ਮਿਲਦੀ ਹੈ। ਫਿਰ ਕਦੀ ਕੋਈ ਫਸਦਾ, ਫਿਰ ਮਨ ਹੀ ਨਹੀਂ ਕਰਦਾ ਵੀ ਮੈਂ ਕੁਝ ਗਲਤ ਕਰਾਂ, ਕਿਤੇ ਲੇਖੇ ਨਾ ਹੋ ਜਾਣਾ। ਹੁਣ ਉਹਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਿਰਪਾ ਕਰਦੇ ਪਏ ਨੇ। ਕਹਿੰਦੇ ਵੀ ਗੁਰੂ ਦੀ ਕਿਰਪਾ ਦੇ ਨਾਲ ਤੂੰ ਇਹ ਅਵਸਥਾ ਪ੍ਰਾਪਤ ਕਰ ਸਕਦਾ ਕਿ ਤੇਰਾ ਲੇਖਾ ਹੀ ਕੋਈ ਨਹੀਂ ਬਣੇਗਾ। ਗੁਰ ਪ੍ਰਸਾਦੀ ਪਾਇਆ ਜਾਏ। ਬਾਣੀ ਪੜ੍ਹਨ ਵਿੱਚ ਤੈਨੂੰ ਆਨੰਦ ਆਇਆ। ਹੁਣ ਕਰਮਾਂ ਦੇ ਹਿਸਾਬ ਨਾਲ ਸਮਾਂ ਆ ਗਿਆ ਚੰਗਾ, ਅਤੇ ਬਾਣੀ ਪੜ੍ਹਨ ਲੱਗ ਪਿਆ, ਬਾਣੀ ਵਿਚਾਰਨ ਲੱਗ ਪਿਆ, ਤੈਨੂੰ ਆਨੰਦ ਆਇਆ। ਤੂੰ ਚਾਹੁੰਦਾ ਕਿ ਇਹ ਸਮਾਂ ਬਣਿਆ ਰਹੇ, ਰੋਜ਼ ਬਣੇ। ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਤੈਨੂੰ ਸਮਾਂ ਮਿਲਣਾ, ਰੋਜ਼ ਬਣਨਾ। ਅਤੇ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਇਸ ਕਰਕੇ ਜਦੋਂ ਗੁਰੂ ਦੀ ਕਿਰਪਾ ਨੂੰ ਲਵਾਂਗੇ ਫਿਰ ਕਦੀ ਨਹੀਂ ਮਨ 'ਚ ਹਉਮੈ ਆਵੇਗੀ ਫਿਰ ਮੈਂ ਕੀਤਾ, ਫਿਰ ਨਹੀਂ ਆਵੇਗੀ। ਅਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਹਰ ਇੱਕ ਚੀਜ਼ ਜਿਹੜੀ ਹੈ ਉਹ ਪ੍ਰਾਪਤ ਹੁੰਦੀ, ਚੰਗੀ, ਜਿਹੜੀ ਮਨ ਨੂੰ ਚੰਗੀ ਲੱਗਦੀ ਹੈ। ਸੋ ਜਿਹਦੇ ਨਾਲ ਮਨ ਭੰਗ ਹੁੰਦਾ ਉਹ ਮਾੜਾ ਕਰਮ ਅੱਗੇ ਆਇਆ ਹੁੰਦਾ। ਜਿਹਦੇ ਕਰਕੇ ਮੇਰਾ ਮਨ ਟੁੱਟ ਗਿਆ, ਮੇਰਾ ਮਨ ਬੜਾ ਉਦਾਸ ਹੈ, ਬੜੀ ਪਰੇਸ਼ਾਨੀ ਹੈ, ਸੋ ਗੁਰੂ ਥੋੜ੍ਹੀ ਚਾਹੁੰਦਾ ਜਿਹੜਾ ਮੇਰੇ ਕੋਲ ਆ ਜਾਵੇ ਅਤੇ ਇਹਦਾ ਮਨ ਭੰਗ ਹੋ ਜਾਵੇ। ਗੁਰੂ ਤਾਂ ਜੋੜਨੇ ਵਾਲਿਆਂ 'ਚ ਹੈ, ਗੁਰੂ ਤਾਂ ਵਿਕਾਸ ਦਿੰਦਾ ਹੈ, ਗੁਰੂ ਤਾਂ ਖੁਸ਼ੀ ਦਿੰਦਾ, ਖੇੜਾ ਦਿੰਦਾ ਹੈ। ਜਦੋਂ ਸਾਡਾ ਮਨ ਭੰਗ ਹੋਇਆ ਉਹ ਸਾਡੇ ਕਰਮਾਂ ਨੇ ਕੀਤਾ। ਕੁਝ ਪ੍ਰਾਪਤ ਹੋਇਆ ਕਰਮਾਂ ਦੇ ਨਾਲ ਤਾਂ ਥੋੜ੍ਹਾ ਜਿਹਾ ਮਿਲਿਆ, ਬਾਕੀ ਤਾਂ ਮਿਹਨਤ ਤਰਲੇ ਕਰਨੇ ਪੈਂਦੇ ਨੇ। ਇੱਕ ਬੀਜ ਤੋਂ ਅਨੇਕਾਂ ਦਾਣੇ ਪੈਦਾ ਹੋ ਜਾਂਦੇ ਨੇ। ਚੰਗਾ ਛੋਟਾ ਜਿਹਾ ਕਰਮ ਆ ਗਿਆ, ਉਹਦੇ ਤੋਂ ਫਿਰ ਅਨੇਕਾਂ ਹੀ ਚੰਗੇ ਕਰਮ ਜਿਹੜੇ ਉਹ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਪਰ ਜੇ ਪਕੜ ਕਰ ਲਵੇ, ਜੇ ਕਈ ਬੀਜ ਵੀ ਗਵਾ ਲੈਂਦੇ ਨੇ। ਹੁਣ ਜੇ ਬੱਤਰੇ ਹੀ ਨਾ ਹੋਵੇ ਅਤੇ ਬੀਜ ਸਿੱਟ ਦੇਵੇ, ਬੀਜ ਗਵਾਚਣਾ ਹੀ ਹੈ। ਬੀਜ ਨਹੀਂ ਗਵਾਉਣਾ ਚਾਹੀਦਾ। ਬੱਤਰ ਉਹ ਦੇਖਣੀ, ਰੁੱਤ ਵੇਖਣੀ, ਧਰਤੀ ਵੇਖਣੀ, ਪਰਵਰਿਸ਼ ਕਰਨੀ, ਬੀਜ ਨਹੀਂ ਗਵਾਉਣਾ। ਸੋ ਕਿ ਹੋਰ ਬੋਲ ਪ੍ਰਾਪਤ ਕਰੀਦਾ ਹੁੰਦਾ। ਜਿਹੜਾ ਗੁਰੂ ਦੇ ਨਾਲ ਜੁੜਨਾ, ਬਾਣੀ ਪੜ੍ਹਨੀ, ਸੰਗਤ ਵਿੱਚ ਆਉਣਾ, ਜਾਂ ਸੋ ਗੁਰਮੰਤਰ ਦਾ ਜਾਪ ਕਰਦੇ, ਥੋੜ੍ਹਾ ਜਿਹਾ ਸਮਾਂ ਮਿਲਦਾ ਨਾ, ਸੋ ਉਹਨੂੰ ਸੰਭਾਲਣਾ ਹੁੰਦਾ, ਫਿਰ ਬੋਲ ਬਣ ਜਾਂਦਾ ਹੈ। ਨਹੀਂ ਸਾਂਭਿਆ ਬੀਜ ਵੀ ਗਿਆ, ਮੁੜ ਕੇ ਕਰਮਾਂ ਦੇ ਨਾਲ। ਸੋ ਜਿਨ ਮਸਤਕ ਤੋਂ ਹਰ ਲਿਖਿਆ, ਉਹ ਤਾਂ ਲਿਖਿਆ ਤਾਂ ਮਿਲ ਗਿਆ, ਮੇਲ ਹੋ ਗਿਆ, ਉਸ ਤੋਂ ਬਾਅਦ ਤੂੰ ਫਾਇਦਾ ਕੀ ਲਿਆ? ਫਾਇਦਾ ਕੀ ਲਿਆ ਉਹਦਾ? ਇਹ ਤਾਂ ਬੋਲ ਬਣਨਾ ਚਾਹੀਦਾ ਸੀ, ਬੋਲ ਬਣਾਇਆ ਨਹੀਂ। ਉਹ ਬਣਨਾ ਸੀ ਮਹਾਰਾਜ ਦੇ ਕੋਲ ਬੇਨਤੀਆਂ ਅਰਦਾਸਾਂ ਕਰਕੇ। ਕਹਿੰਦੇ ਗੁਰ ਪ੍ਰਸਾਦੀ ਪਾਇਆ ਜਾਏ। ਮਹਾਰਾਜ ਕਹਿੰਦੇ ਹਰ ਸਿਉ ਚਿੱਤ ਲਾਗੈ। ਜਦੋਂ ਹਰੀ ਦੇ ਨਾਲ ਚਿੱਤ ਲੱਗਦਾ ਫਿਰ ਕਾਲ ਨਾ ਖਾਏ। ਫਿਰ ਕਾਲ ਦੀ ਪਕੜ ਤੋਂ ਤੂੰ ਬਾਹਰ ਹੋ ਜਾਵੇਂਗਾ। ਕਾਲ ਸਾਰਿਆਂ ਨੂੰ ਚਬਾਉਂਦਾ ਪਿਆ। ਕਾਲ ਕੇ ਬਣਾਏ ਸਭ ਕਾਲ ਹੀ ਚਬਾਏਂਗੇ। ਜਲ ਕਾਂ ਥਲ ਕਾਂ ਗਗਨ ਕੇ ਗਉਨ ਕਹਾਂ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਦੇ ਬਣਾਉਂਦਾ ਕਾਲ ਹੈ, ਚਬਾਉਂਦਾ ਕਾਲ ਹੈ। ਜੇ ਤੂੰ ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ, ਤੈਨੂੰ ਕਾਲ ਕਦੀ ਖਾ ਨਹੀਂ ਸਕਦਾ। ਤੈਨੂੰ ਕਾਲ ਨਹੀਂ ਖਾਓ। ਕਾਲ ਦੀ ਪਰਿਭਾਸ਼ਾ ਇਕੱਲਾ ਸਮਾਂ ਨਹੀਂ ਹੈ, ਇਕੱਲਾ ਸਮਾਂ ਨਹੀਂ ਹੈ। ਸੋ ਭਾਈ ਕਾਲ ਜਿਹੜੀ ਚੀਜ਼ ਹੈ, ਕਾਲ ਬੜੀ ਵੱਡੀ ਤਾਕਤ ਹੈ, ਬੜੀ ਵੱਡੀ ਸ਼ਕਤੀ ਹੈ। ਸੋ ਇਸ ਨੂੰ ਜਿਹੜਾ ਸਰੀਰ ਜਿਹੜਾ ਇਹ ਕਾਲ ਦੀ ਉਪਜ ਹੈ।
ਕਿੰਨੀ ਤਾਕਤ ਹੈ, ਕਿੰਨੀ ਸਮਰੱਥਾ ਇਹਦੇ ਵਿੱਚ ਪਾਈ ਹੋਈ ਹੈ। ਤੇ ਜੇ ਇਹਦੀ ਸਹੀ ਤਰੀਕੇ ਨਾਲ ਨਹੀਂ ਉਪਯੋਗ ਕੀਤਾ ਫਿਰ ਇਹ ਕਾਲ ਦੇ ਦਾਇਰੇ ਵਿੱਚ ਆ ਜਾਂਦਾ। ਜੇ ਸਹੀ ਤਰੀਕੇ ਨਾਲ ਉਪਯੋਗ ਕਰੇਗਾ ਫਿਰ ਕਾਲ ਦੇ ਦਾਇਰੇ 'ਚੋਂ ਨਿਕਲ ਜਾਂਦਾ ਹੈ। ਇਹ ਬੰਦਾ ਆਪਣੀ ਤਾਕਤ ਦਾ ਸਹੀ ਇਸਤੇਮਾਲ ਨਹੀਂ ਕਰਦਾ, ਇਸ ਕਰਕੇ ਕਾਲ ਦੇ ਦਾਇਰੇ ਵਿੱਚ ਆ ਜਾਂਦਾ। ਸਹੀ ਤਰੀਕੇ ਨਾਲ ਇਸਤੇਮਾਲ ਕਰੇ, ਗੁਰੂ ਨੂੰ ਨਾਲ ਲਵੇ, ਫਿਰ ਕਾਲ 'ਚੋਂ ਨਿਕਲ ਜਾਂਦਾ। ਪਾਣੀ ਹੀ ਡੋਬਦਾ, ਪਾਣੀ ਹੀ ਤਾਰਦਾ ਹੈ। ਪਾਣੀ 'ਚ ਹੀ ਧਰੀਦਾ ਅਤੇ ਪਾਣੀ ਹੀ ਡੋਬ ਦਿੰਦਾ ਹੈ। ਮਹਾਰਾਜ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਫਿਰ ਕਾਲ ਨਾ ਖਾਏ, ਕਾਲ ਨਹੀਂ ਖਾ ਸਕਦਾ। ਕਹਿੰਦੇ ਰਹਾ ਸੱਚ ਸਿਮਰਿਆ ਹੋਵੈ ਪ੍ਰਗਾਸ। ਸੋ ਸੱਚ ਸਿਮਰਿਆ ਕੀ, ਰੱਬ ਨੂੰ ਯਾਦ ਕਰਨਾ। ਜਿਹੜਾ ਰੱਬ ਨੂੰ ਯਾਦ ਕਰਦਾ ਉਸ ਦੇ ਅੰਦਰ ਪ੍ਰਕਾਸ਼, ਪ੍ਰਕਾਸ਼ ਹੁੰਦਾ ਆਤਮਿਕ ਚਾਨਣ, ਅੰਦਰ ਨਾ ਚਾਨਣ। ਪ੍ਰਕਾਸ਼ ਹੁੰਦਾ ਬਾਹਰਲਾ ਚਾਨਣ, ਅੰਦਰ ਪ੍ਰਕਾਸ਼ ਹੁੰਦਾ। ਤਾਤੇ ਵਿਖਿਆ ਮੈਂ ਰਹਿ ਉਦਾਸ। ਜਿਹਦੇ ਅੰਦਰ ਪ੍ਰਕਾਸ਼ ਹੋਵੇਗਾ ਗੁਰਬਾਣੀ ਦਾ, ਉਹ ਫਿਰ ਮਾਇਆ ਦੇ ਵਿੱਚ ਉਦਾਸ ਰਹੇਗਾ। ਵਿਖਿਆ ਜ਼ਹਿਰ, ਜ਼ਹਿਰ ਅਸਰ ਨਹੀਂ ਕਰ ਸਕਦੀ ਕਿਉਂਕਿ ਇਹਨੇ ਚਖਣਾ ਹੀ ਨਹੀਂ। ਮੋਹਰਾ ਹੋਵੇ ਹੱਥ ਮਰੀਆ ਚੱਖੀਆ, ਜ਼ਹਿਰ ਹੱਥ 'ਚ ਫੜੀ ਹੋਵੇ ਤਾਂ ਕਾਹਦਾ ਨੁਕਸਾਨ ਹੈ। ਉਦੋਂ ਜ਼ਹਿਰ ਨੇ ਅਸਰ ਕਰਨਾ ਜਦੋਂ ਚਖਣਾ। ਸੋ ਇਸੇ ਤਰ੍ਹਾਂ ਇਹ ਮਾਇਆ ਦੇ ਵਿੱਚ ਰਹਿੰਦਾ ਜ਼ਰੂਰ ਹੈ ਪਰ ਮਾਇਆ ਨੂੰ ਚੱਖਦਾ ਨਹੀਂ, ਉਹਨੂੰ ਮਨ 'ਤੇ ਨਹੀਂ ਲਾਉਂਦਾ, ਉਹਨੂੰ ਜਗ੍ਹਾ ਨਹੀਂ ਦਿੰਦਾ, ਅੰਦਰ ਜਗ੍ਹਾ ਨਹੀਂ ਦਿੰਦਾ ਮਾਇਆ ਨੂੰ ਐਂਟਰ ਕਰਨ ਦਾ, ਜਿਹਦੇ ਕਰਕੇ ਇਹ ਫਿਰ ਬਚਦਾ ਨਹੀਂ, ਮਾਇਆ ਦੀ ਲਪੇਟ ਵਿੱਚ ਆਉਂਦਾ। ਮਹਾਰਾਜ ਸੱਚੇ ਪਾਤਸ਼ਾਹ ਦੇ ਵਿਖਿਆ ਵਿੱਚ ਉਦਾਸ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲਤਰ ਵਿੱਚੇ ਗਤ ਪਾਈ। ਇਹ ਗੁਰੂ ਦੀ ਹੀ ਵਡਿਆਈ ਹੈ ਕਿ ਪਰਿਵਾਰ ਦੇ ਵਿੱਚ ਰਹਿੰਦੇ ਆ, ਧੀਆਂ ਪੁੱਤਰ ਕਲਤਰ ਔਰਤ ਟੱਬਰ ਦੇ ਵਿੱਚ ਰਹਿੰਦੇ ਹੈ। ਗਾਤ ਅਵਸਥਾ, ਤੱਤੇ ਨੂੰ ਸਿਆਰਿਓ, ਗਾਤ ਅਵਸਥਾ ਪ੍ਰਾਪਤ ਕਰਦਾ ਹੈ। ਸੋ ਇਹ ਗੁਰੂ ਦੀ ਵਡਿਆਈ ਗੁਰੂ ਹੀ ਕਰ ਸਕਦਾ ਹੈ, ਬਾਣੀ ਹੀ ਕਰ ਸਕਦੀ ਹੈ। ਬਾਣੀ ਤੋਂ ਬਿਨਾਂ ਸੋ ਇਹ ਖੇਡ ਨਹੀਂ ਹੋ ਸਕਦੀ। ਕਹਿੰਦੇ ਐਸੀ ਸੇਵਕੋ ਸੇਵਾ ਕਰੈ, ਜਿਸ ਕਾ ਜੀਓ ਤਿਸ ਆਗੇ ਧਰੈ। ਸੇਵਕ ਸੇਵਾ ਕਿੱਦਾਂ ਕਰੇ, ਸੇਵਕ ਸੇਵਾ ਕਿੱਦਾਂ ਕਰੇ, ਕਿਹੜੀ ਸੇਵਾ ਪ੍ਰਵਾਨ, ਕਿਹੜਾ ਸੇਵਕ ਪ੍ਰਵਾਨ। ਮਹਾਰਾਜ ਕਹਿੰਦੇ ਤੈਨੂੰ ਇਹ ਜਿੰਦ ਤੇ ਸਰੀਰ ਜਿਸ ਨੇ ਦਿੱਤਾ ਉਸ ਦੇ ਅੱਗੇ ਰੱਖ ਦੇ। ਕਹਿੰਦੇ ਉਹਨੂੰ ਕਹਿੰਦੇ ਤਾਨ ਮਨ ਧਨ ਸਭ ਸੌਂਪ ਗੁਰ ਕੋ। ਮਹਾਰਾਜ ਜੀ ਇਹ ਸਰੀਰ ਤੇਰਾ, ਜਿੰਦ ਤੇਰੀ, ਸਾਹ ਤੇਰੇ। ਸੋ ਇੱਦਾਂ ਜਦੋਂ ਮਨ ਵਿੱਚ ਫੀਲਿੰਗ ਲੈ ਕੇ ਕੋਈ ਸੇਵਾ ਕਰਦਾ, ਉਹਦੀ ਸੇਵਾ ਵੀ ਪ੍ਰਵਾਨ ਹੁੰਦੀ ਹੈ ਅਤੇ ਉਹ ਸੇਵਕ ਵੀ ਪ੍ਰਵਾਨ ਹੁੰਦਾ ਹੈ। ਸੋ ਸੇਵਕ ਦਰਗਹਿ ਪਾਵੈ ਮਾਣ। ਜਿਹੜਾ ਤਾਨ ਮਾਨ ਧਨ ਗੁਰੂ ਨੂੰ ਸੌਂਪ ਕੇ ਸੇਵਾ ਕਰਦਾ ਹੈ, ਮਹਾਰਾਜ ਕਹਿੰਦੇ ਉਹ ਫਿਰ ਸੇਵਕ ਜਿਹੜਾ ਹੁੰਦਾ ਦਰਗਹਿ ਮਾਣ ਪ੍ਰਾਪਤ ਕਰਦਾ। ਕਹਿੰਦੇ ਸਤਿਗੁਰ ਕੀ ਮੂਰਤ ਹਿਰਦੈ ਵਸਾਏ, ਜੋ ਇੱਛਾ ਸੋਈ ਫਲ ਪਾਏ। ਜਿਹੜਾ ਸਤਿਗੁਰੂ ਜੀ ਦੀ ਮੂਰਤ ਨੂੰ ਹਿਰਦੇ ਵਿੱਚ ਵਸਾਉਂਦਾ, ਜੋ ਉਹਦੇ ਮਨ ਵਿੱਚ ਇੱਛਾ ਹੁੰਦੀ ਉਹਨੂੰ ਫਲ ਦੀ ਪ੍ਰਾਪਤੀ ਹੁੰਦੀ ਹੈ। ਹੁਣ ਸਤਿਗੁਰੂ ਦੀ ਮੂਰਤ ਗੁਰਮੂਰਤ ਸ਼ਬਦ ਹੈ, ਸ਼ਬਦ ਨੂੰ ਹਿਰਦੇ ਵਿੱਚ ਵਸਾਉਣ ਦੀ ਗੱਲ ਕੀਤੀ। ਹੁਣ ਜੇ ਮਨ ਦੇ ਵਿੱਚ ਹੋਰ ਹੋਰ ਵਿਚਾਰਾਂ ਨੇ, ਹੋਰ ਹੋਰ ਮੰਗਾਂ ਨੇ, ਹੋਰ ਚਾਹਤਾਂ, ਜੇ ਵੇਖਿਆ ਮਾਇਆ ਤਾਂ ਉੱਥੇ ਗੁਰ ਸ਼ਬਦ ਹਿਰਦੇ 'ਚ ਵਸੇ ਨਹੀਂ ਸਕਦਾ। ਫਿਰ ਸੋ ਇੱਛਾ, ਜਦੋਂ ਗੁਰੂ ਕਾ ਸ਼ਬਦ ਹਿਰਦੇ ਵਿੱਚ ਵਸਦਾ, ਇੱਛਾ ਕਿਹੜੀ ਹੁੰਦੀ ਹੈ। ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸਦਾ, ਉਸ ਨਾਲ ਇੱਛਾ ਹੁੰਦੀ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਇਹੀਓ ਇੱਛਾ ਹੁੰਦੀ ਹੈ, ਹੋਰ ਕੋਈ ਨਹੀਂ ਇੱਛਾ ਹੁੰਦੀ ਹੈ। ਜੇ ਹੋਰ ਕੋਈ ਇੱਛਾ ਤਾਂ ਉੱਥੇ ਸ਼ਬਦ ਨਹੀਂ ਵਸ ਸਕਦਾ। ਹਉਮੈ ਨਾਵੈ ਨਾਲ ਵਿਰੋਧ। ਜਿੱਥੇ ਦੁਨਿਆਵੀ ਖਿਆਲ ਨੇ, ਦੁਨਿਆਵੀ ਲੋੜਾਂ ਨੇ, ਉੱਥੇ ਕਿੱਦਾਂ ਸ਼ਬਦ ਵਸ ਜਾਊਗਾ। ਉੱਥੇ ਨਹੀਂ ਵਸਦਾ ਸ਼ਬਦ। ਉੱਥੇ ਵਸਦਾ ਜਿੱਥੇ ਦੁਨਿਆਵੀ ਕੋਈ ਇੱਛਾ ਨਾ ਹੋਵੇ। ਇਹ ਨਹੀਂ ਵੀ ਇੱਛਾ ਹੁੰਦੀ ਕੋਈ ਨਹੀਂ, ਇੱਛਾ ਹੁੰਦੀ ਹੈ, ਚਾਹਤ ਹੁੰਦੀ ਹੈ। ਜਾਂ ਤਾਂ ਚਾਹਤ ਹੁੰਦੀ ਵੀ ਸੱਚੇ ਪਾਤਸ਼ਾਹ ਵੀ ਆਹ ਹੁਣ ਸਮਾਂ ਨਾ ਕਦੀ ਟੁੱਟੇ, ਇਹ ਸਮਾਂ ਜਿਹੜਾ ਕਦੀ ਭੰਗ ਨਾ ਹੋਵੇ, ਸੁਰਤ ਜਿਹੜੀ ਤੇਰੇ ਚਰਨਾਂ ਵਿੱਚ ਚੁੱਭੀ ਰਹੇ,
ਬਾਣੀ ਪੜ੍ਹਾਂ, ਸਿਮਰਨ ਕਰਾਂ, ਸੇਵਾ ਕਰਾਂ, ਸੰਗਤ ਮਿਲੇ, ਗੁਰਮੁਖਾਂ ਦਾ ਨਾਲ ਮਿਲ, ਇਹ ਇੱਛਾਵਾਂ ਨੇ ਸਾਰੀਆਂ ਸ਼ੁਭ। ਹੁਣ ਜਿਹਨੇ ਹਿਰਦੇ ਵਿੱਚ ਸ਼ਬਦ ਵਸਾਇਆ ਉਹਦੇ ਅੰਦਰ ਸ਼ੁਭ ਇੱਛਾਵਾਂ ਹੀ ਸਾਰੀਆਂ ਪੈਦਾ ਹੋਣੀਆਂ। ਮਹਾਰਾਜ ਕਹਿੰਦੇ ਉਹਦੀਆਂ ਇੱਛਾ ਆਟੋਮੈਟਿਕਲੀ ਪੂਰੀਆਂ ਹੁੰਦੀਆਂ ਰਹਿੰਦੀਆਂ। ਜਿਵੇਂ ਮਹਾਰਾਜ ਕਹਿੰਦੇ ਤੁਰਤੇ ਕੋ ਤੁਰਤਾ ਮਿਲੇ, ਉੜਤੇ ਕੋ ਉੜਤਾ। ਸੋ ਜਿਹੜੇ ਪੰਛੀ ਆਕਾਸ਼ ਵਿੱਚ ਉੜਦੇ, ਜੇ ਇਕੱਲਾ ਉੜੂਗਾ ਉਹਦੇ ਨਾਲ ਹੋਰ ਥੋੜ੍ਹੀ ਦੇਰ ਤੇ ਦੇਖੋਗੇ ਪਤਾ ਨਹੀਂ ਹੋਰ ਕਿੰਨੇ ਕੁ ਰਲ ਜਾਂਦੇ ਨੇ। ਇਕੱਲੇ ਪੈਦਾ ਸ਼ੁਰੂ ਕਰ ਦਿਓ ਤੁਰੋ ਅਤੇ ਹੋਰ ਕਿੰਨੇ ਨਾਲ ਰਲ ਜਾਂਦੇ ਨੇ। ਸੋ ਜੋ ਆਪਾਂ ਕਰਦੇ ਹਾਂ ਅਤੇ ਜਿਹੜਾ ਕਿਸੇ ਦਾ ਸੁਭਾਅ ਉਸ ਅਨੁਸਾਰ ਦਾ ਬੰਦਾ ਮਿਲ ਹੀ ਜਾਂਦਾ, ਉਹ ਆ ਹੀ ਜਾਂਦਾ। ਹੁਣ ਜਿੱਦਾਂ ਦੀ ਇੱਛਾ ਪੈਦਾ ਹੋ ਗਈ ਹੈ, ਮਹਾਰਾਜ ਨੇ ਇੱਛਾ ਜੋ ਪੂਰੀ ਕਰਨੀ। ਸੱਚੇ ਪਾਤਸ਼ਾਹ ਕਹਿੰਦੇ ਇੱਛਾ ਜੋ ਇੱਛਾ ਸੋਈ ਫਲ ਪਾਵੇ। ਹੁਣ ਇੱਛਾ ਨਿਰਵਾਣ ਪਦ ਦੀ ਹੈ ਜੀ, ਨਿਰਵਾਣ ਪਦ ਦੀ ਇੱਛਾ ਹੋਈ, ਵਾਸ਼ਨਾ ਤੋਂ ਰਹਿਤ ਹੋ ਜਾਵਾਂ, ਅਤੇ ਮੇਲ ਹੀ ਵੀ ਉੱਦਾਂ ਦਿਆਂ ਨਾਲ ਹੋ ਜਾਣਾ। ਭਾਵੇਂ ਅਗਲਾ ਕੋਈ ਨਿਰਵਾਣ ਪਦ ਤੱਕ ਨਹੀਂ ਪਹੁੰਚਿਆ, ਪਰ ਗੱਲਾਂ ਤਾਂ ਕਰ ਸਕਦਾ ਹੈ ਨਾ, ਉਹਦੇ ਬਾਰੇ ਕੁਝ ਨਾ ਕੁਝ ਜਾਣਕਾਰੀ ਤਾਂ ਰੱਖਦਾ ਹੀ ਹੋਵੇਗਾ। ਨਿਰਵਾਣ ਪਦ ਦੀ ਇੱਕ ਮਿਲੂ ਕੋਈ ਦੋ ਮਿਲਣਗੇ। ਕਿੱਡੀ ਵੱਡੀ ਕਾਂਸ਼ੀ ਸੀ ਕਬੀਰ ਨੂੰ, ਫਿਰ ਉੱਦਾਂ ਦੇ ਮਿਲੇ ਜਿਨ੍ਹਾਂ ਨਾਲ ਕਬੀਰ ਸਾਹਿਬ ਨੇ ਵਿਚਾਰਾਂ ਕੀਤੀਆਂ। ਉਹ ਜੋ ਵਿਦੇਸ਼ ਲੈਣੇ ਵਾਲੇ ਬੜੇ ਆਉਂਦੇ ਸੀ, ਚਰਚਾ ਕਰਨ ਵਾਲੇ ਬੜੇ, ਪਰ ਜਿਹੜੇ ਸੋ ਕਬੀਰ ਸਾਹਿਬ ਜੀ ਦੀ ਸੋਚ ਵਾਲੇ ਸੀ ਉੱਦਾਂ ਦੇ ਮਿਲੇ ਹੀ ਆ। ਫਿਰ ਭਗਤ ਰਵਿਦਾਸ ਜੀ ਵੀ ਉਸ ਸਮੇਂ ਦੇ ਹੋਏ ਆ, ਕਬੀਰ ਸਾਹਿਬ ਜੀ ਦੇ ਵੇਲੇ ਦੀ ਭਗਤ ਰਵਿਦਾਸ ਜੀ ਵੀ ਹੋਏ ਨੇ। ਸੋ ਮਿਲ ਜਾਂਦੇ ਨੇ। ਇਹ ਮਹਾਰਾਜ ਨੇ ਇੱਛਾ ਜੋ ਪੂਰੀ ਕਰਨੀ ਹੈ। ਇੱਛਾ ਪੂਰੀ ਉਦੋਂ ਹੁੰਦੀ ਹੈ ਜਦੋਂ ਵਿਚਾਰਾਂ ਡੂੰਘੀਆਂ ਚੱਲਦੀਆਂ। ਵਿਚਾਰ ਵਾਲਾ ਚਾਹੀਦਾ ਕੋਈ, ਜੇ ਵਿਚਾਰ ਨਾ ਹੋਵੇ ਫਿਰ ਇੱਛਾ ਅਧੂਰੀ ਰਹਿ ਜਾਂਦੀ ਹੈ। ਜਾਂ ਆਪਣੇ ਆਪ ਨਾਲ ਵਿਚਾਰ ਕਰੇ, ਮਨ ਚੇਤੇ ਦੀ ਸੋਝੀ ਪੈ ਜਾਵੇ, ਸੁਰਤ ਮਤ ਮਨ ਬੁੱਧ ਇਹਨਾਂ ਦਾ ਪਤਾ ਲੱਗ ਜਾਵੇ, ਫਿਰ ਉਦੋਂ ਇਕੱਲਾ ਨਹੀਂ ਹੁੰਦਾ। ਉਦੋਂ ਨਹੀਂ ਇਕੱਲਾ ਹੁੰਦਾ, ਪਰਿਵਾਰ 'ਚ ਬੈਠਾ ਹੁੰਦਾ, ਆਪਣੇ ਸੂਖਸ਼ਮ ਪਰਿਵਾਰ ਦੇ ਵਿੱਚ ਬੈਠਾ ਹੁੰਦਾ। ਸੋ ਇਸ ਕਰਕੇ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਕਾ ਸ਼ਬਦ ਹਿਰਦੇ ਵਿੱਚ ਵਸਦਾ ਹੈ ਅਤੇ ਜੋ ਇੱਛਾ ਸੋਈ ਫਲ ਪਾਏ। ਕਹਿੰਦੇ ਸਾਚਾ ਸਾਹਿਬ ਕਿਰਪਾ ਕਰੈ, ਸੋ ਸੇਵਕ ਜਮ ਤੇ ਕੈਸਾ ਡਰੈ। ਹੁਣ ਜਦੋਂ ਸੱਚਾ ਸਾਹਿਬ ਮਾਲਕ ਕਿਰਪਾ ਕਰ ਦਿੰਦਾ ਜਿਸ ਦੇ ਉੱਤੇ, ਅਤੇ ਉਹ ਸੇਵਕ ਜਮ ਤੋਂ ਡਰੇਗਾ, ਮੌਤ ਤੋਂ ਨਹੀਂ ਡਰੇਗਾ, ਲੇਖਿਆਂ ਤੋਂ ਨਹੀਂ ਡਰੇਗਾ। ਲੇਖਿਆਂ ਤੋਂ ਕਿਉਂ ਨਹੀਂ ਡਰਦਾ? ਕਹਿੰਦਾ ਲੇਖਾ ਨਹੀਂ ਹੋਵੇਗਾ, ਨਹੀਂ ਲੇਖਾ ਹੋਵੇਗਾ। ਕਿਉਂ? ਕਿਉਂਕਿ ਮੇਰੇ ਸਾਹਿਬਾਂ ਦੇ ਬਚਨ ਨੇ, ਲੇਖਾ ਕੋਈ ਨਾ ਪੁੱਛੇ ਜਹਾਰ ਬਖਸ਼ਣ ਦਾ। ਕਹਿੰਦੇ ਹੁਣ ਨਹੀਂ ਲੇਖਾ ਹੋਣਾ। ਮੌਤ ਤੋਂ ਨਹੀਂ ਡਰਦਾ, ਮਰਨਾ ਤਾਂ ਹੈ ਹੀ ਨਹੀਂ। ਇਹ ਤਾਂ ਜਗ੍ਹਾ ਚੇਂਜ ਹੋਣੀ ਆ, ਦੇਸ਼ ਚੇਂਜ ਹੋਣਾ, ਲੋਕ ਚੇਂਜ ਹੋਣਾ। ਵੀ ਪਹਿਲੋਂ ਪਿੰਡ ਰਹਿੰਦੇ ਸੀ ਕਹਿਣਾ, ਹੁਣ ਬਾਹਰਲੀਆਂ ਕੰਟਰੀਆਂ 'ਚ ਆ ਗਏ, ਦੇਸ਼ ਹੀ ਚੇਂਜ ਹੋਇਆ। ਦਰਗਾਹ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਗੁਰਬਾਣੀ 'ਚ ਪੁੱਛ ਲਓ, ਦਰਗਾਹ ਦੀਆਂ ਗੱਲਾਂ ਸਾਰੀਆਂ ਹੀ ਗੁਰਬਾਣੀ ਦੇ ਵਿੱਚ ਨੇ। ਲੋਕ ਦੀਆਂ ਬਾਤਾਂ ਅਤੇ ਪਰਲੋਕ ਦੀਆਂ ਬਾਤਾਂ। ਦੇਸ਼ ਚੇਂਜ ਹੁੰਦਾ, ਮਰਦਾ ਨਹੀਂ ਹੈ ਬੰਦਾ। ਪਹਿਲੋਂ ਆਇਆ ਉਦੋਂ ਵੀ ਮਰਿਆ ਥੋੜ੍ਹੀ ਸੀ, ਜੰਮਿਆ ਜਦੋਂ ਆਇਆ ਆ ਉਦੋਂ ਵੀ ਸੀ, ਗਿਆ ਅਤੇ ਆਇਆ ਗਿਆ, ਮੋਇਆ ਨਾਉ। ਇਹ ਤਾਂ ਐਵੇਂ ਮਰਿਆ ਨਾ ਪਾਤਾ, ਨਹੀਂ ਤਾਂ ਸੋ ਇਹਨੂੰ ਆਇਆ ਗਿਆ ਗਿਆ। ਜਿਹੜਾ ਆਇਆ ਉਹਨੇ ਜਾਣਿਆ, ਅਸੀਂ ਨੂੰ ਮਰ ਗਿਆ ਸਮਝਦੇ। ਉਹ ਜਿਹੜਾ ਆਇਆ ਉਹ ਕਿੱਦਾਂ ਮਰ ਗਿਆ? ਉਹ ਤਾਂ ਗਿਆ ਆ, ਉਹ ਤਾਂ ਚਲਾ ਗਿਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਚਾ ਸੇਵਕ ਕਿਰਪਾ ਕਰੇ। ਜਦੋਂ ਮਹਾਰਾਜ ਕਿਰਪਾ ਕਰਦੇ ਨੇ, ਸੋ ਸੇਵਕ ਜਮ ਤੇ ਕੈਸਾ ਡਰੈ। ਉਹ ਫਿਰ ਜਮਾਂ ਤੋਂ ਕਿੱਥੇ ਡਰਦਾ? ਭਨਤ ਨਾਨਕ ਕਰੇ ਵਿਚਾਰ, ਸਾਚੀ ਬਾਣੀ ਸਿਉ ਧਰੇ ਪਿਆਰ। ਭਨਤ ਬੋਲਣਾ, ਨਾਨਕ ਜੀ ਬੋਲ ਰਹੇ ਨੇ, ਕਹਿ ਰਹੇ ਨੇ ਜੋ ਕਰੇ ਵਿਚਾਰ, ਉਸ ਦੀ ਵਿਚਾਰ ਕਰਿਆ ਕਰੋ। ਗੁਰੂ ਨਾਨਕ ਨੇ ਜਿਹੜੀ ਬਾਣੀ ਬੋਲੀ ਹੈ, ਸੋ ਇਹ ਮੰਨ ਲਓ ਜਿਹਦੀ ਵਿਚਾਰ ਹੀ ਨਾ ਕੀਤੀ, ਫਿਰ ਬੋਲਣ ਦਾ ਕੀ ਫਾਇਦਾ ਹੋਇਆ ਉਹਨਾਂ ਦਾ? ਉਹ ਜੋ ਬੋਲੇ ਨੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਜੋ ਬੋਲੇ ਨੇ, ਸਾਡੇ ਕੋਲ ਇਹੋ ਹੀ ਨਿਰਵਾਣ ਆ। ਨਿਰਵਾਣ ਪਦ 'ਤੇ ਇਹਨੇ ਲੈ ਕੇ ਜਾਣਾ। ਵਿਚਾਰ ਕਰਾਂਗੇ ਤਾਂ ਨਿਰਵਾਣ ਪਦ ਹੈ, ਨਹੀਂ ਕਰਾਂਗੇ ਕੁਝ ਵੀ ਨਹੀਂ। ਸੋ ਭਨਤ ਨਾਨਕ ਕਰੇ ਵਿਚਾਰ। ਇਹ ਜੋ ਬਚਨ ਕਹਿ ਰਹੇ ਨੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੋ ਬਚਨ ਕਹੇ ਨੇ ਨਾ, ਵਿਚਾਰ ਕੇ ਕਹੇ ਹੋਏ ਨੇ। ਐਵੇਂ ਨਹੀਂ ਕਹਿੰਦੇ ਆਪਣੀਆਂ ਟਮਣੀਆਂ ਮਾਰੀਆਂ ਹੋਈਆਂ। ਕਹਿੰਦੇ ਵਿਚਾਰ ਕੇ ਚੰਗੀ ਤਰ੍ਹਾਂ ਉਹ ਬਚਨ ਤੁਹਾਡੇ ਨਾਲ ਸਾਂਝੇ ਕਰਦੇ।
ਸਾਚੀ ਬਾਣੀ ਸਿਉ ਧਰੇ ਪਿਆਰ। ਜੋ ਸੀ ਕਿਹਾ ਉਹਦੀ ਕਰੋ ਵਿਚਾਰ। ਪਾਤਸ਼ਾਹ ਕਹਿੰਦੇ ਫਿਰ ਬਾਣੀ ਦੇ ਨਾਲ ਸੋ ਆਪਣੇ ਆਪ ਪਿਆਰ ਪੈਦਾ ਹੋਵੇਗਾ। ਜਿੰਨਾ ਪਿਆਰ ਪੈਦਾ ਹੋ ਗਿਆ ਉਹਨੂੰ ਸੁਣਨ ਨੂੰ ਮਨ ਕਰਨਾ, ਦੇਖਣ ਨੂੰ ਮਨ ਕਰਨਾ, ਮਿਲਣ ਨੂੰ ਮਨ ਕਰਨਾ। ਜੇ ਬਾਣੀ ਨਾਲ ਪਿਆਰ ਹੀ ਨਹੀਂ ਫਿਰ ਤਾਂ ਖਾਨਾ ਪੂਰਤੀ ਹੋ ਜਾਂਦੀ ਹੈ। ਫਿਰ ਠੀਕ ਆ, ਇੰਨੇ ਕੁ ਟਾਈਮ 'ਚ ਆ ਪਾਠ ਹੋ ਗਿਆ, ਫਿਰ ਨਹੀਂ। ਜੇ ਪਿਆਰ ਪੈ ਗਿਆ ਫਿਰ ਟਾਈਮ ਕੱਢਦਾ, ਨਾ ਦਿਨ ਦੇਖਦਾ ਨਾ ਰਾਤ ਦੇਖਦਾ ਵੀ ਦੇਖੀਏ ਵਿਚਾਰੀਏ ਮਹਾਰਾਜ ਜੀ ਕੀ ਕਹਿੰਦੇ ਨੇ। ਫਿਰ ਆਹ ਸਿਸਟਮ ਬਣ ਜਾਂਦਾ। ਮਹਾਰਾਜ ਕਹਿੰਦੇ ਵਿਚਾਰ ਕਰ, ਆਪਣੇ ਆਪ ਹੀ ਪਿਆਰ ਪੈ ਜਾਣਾ। ਤਾਕੋ ਪਾਵੈ ਮੁਖ ਦੁਆਰ, ਜਪ ਤਪ ਸਭ ਇਹ ਸ਼ਬਦ ਹੈ ਸਾਰ। ਜਪ ਕਰਨਾ, ਤਪ ਕਰਨਾ, ਇਹਨਾਂ ਸਾਰਿਆਂ ਤੋਂ ਸ੍ਰੇਸ਼ਟ ਕੀ ਹੈ? ਗੁਰਬਾਣੀ, ਗੁਰੂ ਕਾ ਸ਼ਬਦ। ਮਹਾਰਾਜ ਕਹਿੰਦੇ ਜਿਹੜਾ ਗੁਰੂ ਕੇ ਸ਼ਬਦ ਨੂੰ ਪੜ੍ਹਦਾ, ਸੁਣਦਾ, ਵਿਚਾਰਦਾ, ਤਾਕੋ ਪਾਵੈ ਮੋਖ ਦੁਆਰ, ਮੋਕਸ਼ ਦਾ ਦੁਆਰਾ ਉਸ ਨੂੰ ਪ੍ਰਾਪਤ ਹੁੰਦਾ ਹੈ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਮੇਹਰ ਕਰੇ ਉਪਦੇਸ਼ ਹਿਰਦਿਆਂ ਵਿੱਚ ਵਸੇ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦ ਉਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਾਂ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋਂ, ਸਾਚ ਨਾਮਦਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨੈ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਹਰ ਸੁਭਾਗੇ ਸ਼ਬਦ ਵਾਜੀ, ਕਲਾ ਜਿਤ ਕਰ ਤਾਰੀਆ। ਪੰਚ ਦੂਤ ਦਵਾਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ, ਹਰ ਕੇ ਲਾਗੇ। ਕਹਿ ਨਾਨਕ ਤੈਸ ਕੋ ਹੋਆ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ, ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਅਰਦਾਸ। तुम मात पिता हम बारक तेरे, तुम्हारी कृपा में सुख कनेरे। कोई न जाने तुमरा अंत, ऊंचे ते ऊंचा भगवंत। समग्री तुमरे सूत्र तारी, तुम ते होए सो आज्ञाकारी। तुम ही जानी गुरु बानी। वाहिगुरु वाहिगुरु। ਅਰਦਾਸ। ਅਰਜਨ ਹਰਿ ਗੋਬਿੰਦ ਨੂੰ ਸਿਮਰਾਓ। ਸ਼੍ਰੀ ਹਰਿ ਕ੍ਰਿਸ਼ਨ ਕੀ ਆਈਏ ਸੱਚੇ ਸਤਿ। ਤੇਗ ਬਹਾਦਰ ਸਿੰਘ ਗਿਆਨ ਪ੍ਰਦਾਨ ਕੀਤਾ ਹੈ। ਸਾਧ ਸਾਈ ਪੰਜ ਸਭਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਦਸਾਂ ਪਾਤਸ਼ਾਹ ਜੀ ਜੋ ਸ਼੍ਰੀ
ਵਾਹਿਗੁਰੂ। ਜਿਨ੍ਹਾਂ ਤੇਰਾ ਨਾਮ